ਤੋਪਾਂ ਦੇ ਨਾਲ ਢਾਇਆ ਗਿਆ ਔਰ ਦਿੱਲੀ ਦੇ ਵਿੱਚ ਉਹਨਾਂ ਬੇਕਸੂਰੇ ਸਿੱਖਾਂ ਦੇ ਉੱਤੇ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ। ਉਸ ਸਿੱਖ ਤੜਫ ਨੂੰ ਮਹਿਸੂਸ ਕਰਦੇ ਹੋਏ ਬਹੁਤ ਸਾਰੇ ਜਿਹੜੇ ਸਾਡੇ ਨੌਜਵਾਨ ਵੀਰ ਸੀਗੇ ਉਹ ਇਸ ਸੰਘਰਸ਼ ਦੇ ਵਿੱਚ ਸਰਗਰਮ ਹੋਏ, ਜਿਨ੍ਹਾਂ ਦਾ ਕੋਈ ਜਾਤੀ ਹਿੱਤ ਨਹੀਂ ਸੀ, ਨਾ ਕਿਸੇ ਨਾਲ ਕੋਈ ਨਿੱਜੀ ਦੁਸ਼ਮਣੀ ਸੀ, ਪਰ ਕਿਉਂਕਿ ਬਹੁਤ ਵੱਡਾ ਇੱਕ ਹਮਲਾ ਸੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੇ ਇਸ ਆਜ਼ਾਦ ਭਾਰਤ ਦੇ ਵਿੱਚ, ਤੇ ਉਸ ਦਰਦ ਨੂੰ ਮਹਿਸੂਸ ਕਰਦੇ ਹੋਏ ਬਹੁਤ ਸਾਰੇ ਨੌਜਵਾਨ ਸਾਡੇ ਕੁਝ ਝੂਠੇ ਕੇਸਾਂ ਦੇ ਵਿੱਚ ਉਹ ਸਾਰੇ ਨਜਾਇਜ਼ ਫਸਾ ਕੇ ਅਦਾਲਤਾਂ ਪਰੋਂ ਉਹਨਾਂ ਨੂੰ ਕਿਸੇ ਨੂੰ ਉਮਰ ਕੈਦ, ਕਿਸੇ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ। ਉਹਨਾਂ ਦੇ ਵਿੱਚ ਸਾਡੇ ਲਗਭਗ 22 ਸਿੱਖ ਕੈਦੀ, ਜਿਨ੍ਹਾਂ ਦੇ ਵਿੱਚ 9 ਉਹ ਆ ਜਿਹੜੇ 25 ਤੋਂ ਲੈ ਕੇ 32-33 ਸਾਲ ਦੀ ਕੈਦ ਦੇ ਵਿੱਚ ਬੰਦ ਪਏ, ਔਰ ਸਮੁੱਚੇ ਪੰਥ ਨੇ ਵੱਖ-ਵੱਖ ਰੂਪਾਂ ਦੇ ਵਿੱਚ ਆਪਣੇ ਯਤਨ ਵੀ ਕੀਤੇ। ਪਹਿਲਾਂ ਵੀ ਇਹਦੇ ਲਈ ਯਤਨ ਆਰੰਭੇ ਗਏ ਸੀ ਤੇ ਅਸੀਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਮੌਤ ਦੀ ਸਜ਼ਾ ਲਈ ਪ੍ਰੈਜ਼ੀਡੈਂਟ ਆਫ ਇੰਡੀਆ ਕੋਲ ਪਟੀਸ਼ਨ ਵੀ ਪਾ ਕੇ ਆਏ ਸੀ। ਤੇ ਫਿਰ ਜਦੋਂ ਪਿੱਛੇ ਸਾਹਿਬਾਂ ਦਾ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਪਵਿੱਤਰ ਪ੍ਰਕਾਸ਼ ਦਿਹਾੜਾ 550 ਸਾਲਾ ਆਇਆ ਤੇ ਸਾਡੇ ਲਗਭਗ 7 ਜੁਝਾਰੂ ਵੀਰਾਂ ਨੂੰ ਰਿਹਾ ਕਰਨ ਦਾ ਕੇਂਦਰ ਦੀ ਸਰਕਾਰ ਨੇ ਅਨਾਉਂਸ ਕੀਤਾ ਸੀ, ਔਰ ਉਹਨਾਂ ਦੇ ਵਿੱਚੋਂ ਹਾਲੇ ਬਹੁਤ ਸਾਰੇ ਅੰਦਰੇ ਬੈਠੇ ਆ ਤੇ ਜਿਹਦੇ ਦਰਦ ਨੂੰ ਮਹਿਸੂਸ ਕਰਕੇ ਸਮੁੱਚੇ ਪੰਥ ਨੇ ਇੱਕ ਫੈਸਲਾ ਲਿਆ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਜੀ ਦੀ ਉਸ ਹਦਾਇਤ ਦੇ ਤਹਿਤ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਹੀਂ ਹਦਾਇਤ ਕੀਤੀ ਸੀ ਕਿ ਸਮੁੱਚੀਆਂ ਜਥੇਬੰਦੀਆਂ ਨੂੰ ਨਾਲ ਲੈ ਕੇ ਇੱਕ ਸਾਂਝੀ ਕਮੇਟੀ ਬਣਾਈ ਜਾਵੇ ਜਿਹੜੀ ਇਹਨਾਂ ਦੇ ਰਿਹਾ ਕਰਾਉਣ ਦਾ ਵੀ ਯਤਨ ਕਰੇ ਤੇ ਵੱਖ-ਵੱਖ ਤੌਰ ਤੇ ਚਾਹੇ ਉਹ ਕਾਨੂੰਨ ਦਾ ਪਹਿਲੂ ਆ ਤੇ ਚਾਹੇ ਕੋਈ ਹੋਰ ਰਸਤਾ ਅਖਤਿਆਰ ਕਰਨਾ ਪਵੇ ਉਹ ਕਰੇ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਅੱਜ ਦੀ ਮੀਟਿੰਗ ਦਾ ਸੱਦਾ ਦਿੱਤਾ ਸੀ ਸਾਰੇ ਸਮੁੱਚੇ ਪੰਥ ਨੂੰ, ਹੋਕਾ ਵੀ ਦਿੱਤਾ ਸੀ, ਕੁਛ ਤਾਂ ਸਾਰਿਆਂ ਨੂੰ ਸੱਦੇ ਪੱਤਰ ਵੀ ਭੇਜੇ ਗਏ, ਕੁਛ ਜਿਹੜੇ ਸੀ ਉਹ ਸੱਦੇ ਪੱਤਰ ਤੋਂ ਬਗੈਰ ਵੀ ਖੁੱਲ੍ਹਾ ਨਿੰਦਾ ਦਿੱਤਾ ਗਿਆ ਸੀ ਕਿ ਸਾਰੇ ਇੱਥੇ ਆ ਕੇ ਇਕੱਤਰ ਹੋਣ। ਮੈਨੂੰ ਖੁਸ਼ੀ ਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਕੋਰ ਕਮੇਟੀ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ, ਉਹਨਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਾਹਿਬ, ਉਹਨਾਂ ਦੇ ਨਾਲ ਪੰਥ ਦੀ ਵੱਡੀ ਧਿਰ ਸਾਡੀ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਜੀ, ਉਹਨਾਂ ਤੋਂ ਇਲਾਵਾ ਸਾਡੇ ਨਿਹੰਗ ਸਿੰਘਾਂ ਦੀਆਂ ਸਿਰਮੌਰ ਜਥੇਬੰਦੀਆਂ, ਜਿਨ੍ਹਾਂ ਦੇ ਵਿੱਚ ਬੁੱਢਾ ਦਲ ਸਾਡੇ ਸਿੱਖਾਂ ਦੀ ਜਿਹੜੀ ਮੁੱਢਲੇ ਨਿਹੰਗ ਸਿੰਘਾਂ ਦੀ ਸਿਰਮੌਰ ਜਥੇਬੰਦੀ, ਉਹਨਾਂ ਦੇ ਵਿੱਚ ਸਾਡੇ ਬਾਬਾ ਬਿਧੀ ਚੰਦ ਜੀ ਸੁਰ ਸਿੰਘ ਵਾਲੇ, ਉਹਨਾਂ ਦੀ ਜਥੇਬੰਦੀ, ਜਿੰਦਾ ਸ਼ਹੀਦ ਸੰਤ ਬਾਬਾ ਨਿਹਾਲ ਸਿੰਘ ਜੀ ਹਰੀਆਂ ਬੇਲਾਂ ਵਾਲਿਆਂ ਦੀ ਜਥੇਬੰਦੀ, ਬਾਬਾ ਗੱਜਣ ਸਿੰਘ ਜੀ ਤਰਨਾ ਦਲ ਤੇ ਹੋਰ ਵੀ ਸਾਰੀਆਂ ਜਥੇਬੰਦੀਆਂ ਇਹਦੇ ਵਿੱਚ ਆਈਆਂ। ਉਚੇਚੇ ਤੌਰ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ, ਉਹਨਾਂ ਦੇ ਨਾਲ ਸਰਦਾਰ ਪਰਮਜੀਤ ਸਿੰਘ ਜੀ ਸਰਨਾ ਸਾਬਕਾ ਦਿੱਲੀ ਦੇ ਪ੍ਰਧਾਨ, ਉਹਨਾਂ ਦੇ ਨਾਲ ਸਰਦਾਰ ਮਨਜੀਤ ਸਿੰਘ ਜੀ ਜੀਕੇ ਜਿਹੜੇ ਸਾਬਕਾ ਪ੍ਰਧਾਨ ਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਉਹਨਾਂ ਦੇ ਨਾਲ ਬਾਬਾ ਬਲਜੀਤ ਸਿੰਘ ਜੀ ਦਾਦੂਵਾਲ, ਹੋਰ ਵੀ ਸਾਰੇ ਮਹਾਂਪੁਰਸ਼, ਕਾਰ ਸੇਵਾ ਵਾਲੇ ਮਹਾਂਪੁਰਸ਼, ਉਹਨਾਂ ਦੇ ਨਾਲ ਨਾਨਕਸਰ ਕਲੇਰਾਂ ਵਾਲੇ ਮਹਾਂਪੁਰਸ਼, ਔਰ ਹੋਰ ਵੀ ਸਾਰੀਆਂ ਜਥੇਬੰਦੀਆਂ ਉਚੇਚੇ ਤੌਰ ਤੇ ਅੱਜ ਇੱਥੇ ਹਾਜ਼ਰੀ ਭਰ ਲੈ ਪਹੁੰਚੀਆਂ। ਔਰ ਸਾਰਿਆਂ ਨੇ ਇੱਕ ਸੁਰਤਾ ਦੇ ਨਾਲ
ਸਾਰੇ ਮਤ ਭੇਦ ਭੁਲਾ ਕੇ ਇਹ ਫੈਸਲਾ ਕੀਤਾ ਕਿ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਾਬਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਸਾਰਾ ਇਹਨਾਂ ਨੂੰ ਲੀਡ ਕਰਨ ਇਕੱਠੇ ਹੋ ਕੇ ਤੇ ਉਹਦੇ ਤਹਿਤ ਜਿਹੜਾ ਇਹ ਸੰਘਰਸ਼ ਆਰੰਭਿਆ ਜਾਵੇ। ਉਹਦੇ ਵਿੱਚ ਸਾਡੇ ਅੱਜ 3 ਮਤੇ ਵੀ ਪੇਸ਼ ਹੋਏ ਆ, ਜਿਨ੍ਹਾਂ ਮਤਿਆਂ ਦੇ ਵਿੱਚ ਸਰਦਾਰ ਕਰਨੈਲ ਸਿੰਘ ਜੀ ਪੰਜੌਲੀ ਜਨਰਲ ਸਕੱਤਰ ਸਾਹਿਬ, ਉਹਨਾਂ ਨੇ ਮਤਾ ਜਿਹੜਾ ਕਿਉਂਕਿ ਸਿੱਖਾਂ ਦੀਆਂ 1947 ਤੋਂ ਪਹਿਲਾਂ ਵੀ ਬਹੁਤ ਵੱਡੀਆਂ ਦੇਣਾ ਆ ਇਸ ਮੁਲਕ ਨੂੰ, ਜੇ ਕੁਰਬਾਨੀਆਂ ਦੀ ਗੱਲ ਕਰ ਲਵਾਂ, ਫਾਂਸੀਆਂ ਦੀ ਗੱਲ ਕਰ ਲਵਾਂ, ਤੇ ਉਹ ਮਤਾ ਪੇਸ਼ ਹੋਇਆ। ਉਸ ਮਤੇ ਦੇ ਤਹਿਤ ਅੱਜ ਦੇ ਮੌਜੂਦਾ ਸਮੇਂ ਦੇ ਵਿੱਚ ਵੀ ਤੇ ਉਹਨਾਂ ਮਹਾਨ ਸਾਡੇ ਸਿੱਖ ਕੈਦੀਆਂ ਪ੍ਰਤੀ ਵੱਖ-ਵੱਖ ਸਾਡੇ ਜਿਹੜੀਆਂ ਕੌਂਸਟੀਟਿਊਸ਼ਨਲ ਪੋਸਟ, ਚਾਹੇ ਪ੍ਰੈਜ਼ੀਡੈਂਟ ਆਫ ਇੰਡੀਆ, ਪ੍ਰਾਈਮ ਮਿਨਿਸਟਰ ਆਫ ਇੰਡੀਆ, ਹੋਮ ਮਿਨਿਸਟਰ, ਉਹਨਾਂ ਸਾਰਿਆਂ ਨੂੰ ਵਾਪਸਾਂ ਦੇ ਰੂਪ ਦੇ ਵਿੱਚ, ਚਾਹੇ ਉਹ ਗਵਰਨਰ ਹੋਣ, ਵਾਪਸਾਂ ਦੇ ਰੂਪ ਦੇ ਵਿੱਚ ਮਿਲਿਆ ਜਾਊਗਾ। ਉਹ ਤੋਂ ਇਲਾਵਾ ਜੇ ਇੱਕ ਸੁਰਤਾ ਦੇ ਨਾਲ ਇਹ ਸਾਰਾ ਕਾਰਜ ਨਿਪੜੇ ਚੜ ਜਾਏ ਤੇ ਬਹੁਤ ਵਧੀਆ, ਨਹੀਂ ਤਾਂ ਫਿਰ ਅਗਲਾ ਜਿਹੜਾ ਸੰਘਰਸ਼ ਉਹ ਸਾਰਾ ਰਲ ਮਿਲ ਕੇ ਜਿਹੜੀ ਕਮੇਟੀ ਆ ਉਹਦਾ ਅਨਾਉਂਸ ਕਰੂਗੀ। ਦੂਜਾ ਮਤਾ ਜਿਹੜਾ ਸਾਡਾ ਉਹ ਪੇਸ਼ ਕੀਤਾ ਸਰਦਾਰ ਗੁਰਚਰਨ ਸਿੰਘ ਜੀ ਗਰੇਵਾਲ ਸਾਹਿਬ ਨੇ, ਜਿਹਦੇ ਵਿੱਚ ਸਮੁੱਚੇ ਤੌਰ ਤੇ MP ਸਾਹਿਬਾਨ ਚਾਹੇ ਕਿਸੇ ਪਾਰਟੀ ਨਾਲ ਵੀ ਸੰਬੰਧਿਤ ਆ, ਉਹਨਾਂ ਨੂੰ ਬੇਨਤੀ ਕੀਤੀ ਗਈ ਕਿ ਤੁਸੀਂ ਸਾਰੇ ਮੈਂਬਰ ਪਾਰਲੀਮੈਂਟ ਇੱਕ ਥਾਂ ਇਕੱਤਰ ਹੋ ਕੇ ਉਹਨਾਂ ਸਿੱਖ ਨਜ਼ਰਬੰਦਾਂ ਦੀ ਰਿਹਾਈ ਦਾ ਜਿਹੜਾ ਆ ਉਹ ਯਤਨ ਕਰੋ, ਚਾਹੇ ਪ੍ਰਾਈਮ ਮਿਨਿਸਟਰ ਨੂੰ ਮਿਲਣਾ ਪਵੇ, ਚਾਹੇ ਹੋਰ ਹੋਮ ਮਿਨਿਸਟਰ ਸਾਹਿਬ ਨੂੰ ਮਿਲਣਾ ਪਵੇ। ਇਸੇ ਤਰ੍ਹਾਂ ਇੱਕ ਮਤਾ ਤੀਸਰਾ ਜਿਹੜਾ ਸਰਦਾਰ ਸੁਰਿੰਦਰ ਸਿੰਘ ਜੀ ਸਾਡੇ ਮੀਤ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਨਾਂ ਵੱਲੋਂ ਪੇਸ਼ ਕੀਤਾ ਗਿਆ। ਉਹਦੇ ਵਿੱਚ ਇਹ ਸੀ ਵੀ ਸੂਬਿਆਂ ਦੇ ਪ੍ਰਧਾਨਾਂ, ਗਵਰਨਰਸ ਨੂੰ ਤੇ ਕੇਂਦਰ ਦੀ ਸਰਕਾਰ ਨੂੰ ਮਿਲਣ ਤੋਂ ਬਾਅਦ ਜੇ ਫਿਰ ਵੀ ਕੋਈ ਹੱਲ ਨਹੀਂ ਨਿਕਲਦਾ ਤੇ ਫਿਰ ਪੰਥਕ ਇਕੱਠ ਮਜਬੂਰ ਹੋਊਗਾ ਕੋਈ ਹੋਰ ਤਿੱਖਾ ਸੰਘਰਸ਼ ਵਿੱਢਣ ਲਈ। ਸੋ ਇਹ ਅੱਜ ਦੇ ਸਾਡੇ ਸਮੁੱਚੇ ਤੌਰ ਤੇ ਸਮੁੱਚੇ ਪੰਥ ਨੇ ਬਹੁਤ ਸਾਰੇ ਮਹਾਂਪੁਰਸ਼ ਜਿਨ੍ਹਾਂ ਦੇ ਹੁਣ ਇੱਥੇ ਮੈਂ ਨਾਂ ਨਹੀਂ ਦੱਸ ਸਕਦਾ, ਉਹ ਆਪਣੇ ਚੇਚੇ ਤੌਰ ਦੇ ਉੱਤੇ ਬਹੁਤ ਸਾਰੇ ਹਾਜ਼ਰ ਹੋਏ, ਤੇ ਜਿਹੜੇ ਕੋਈ ਹਾਜ਼ਰ ਨਹੀਂ ਵੀ ਹੋਏ ਉਹਨਾਂ ਵੱਲੋਂ ਵੀ ਟੈਲੀਫੋਨਾਂ ਤੇ ਵੀ ਸੁਨੇਹਾ ਰਾਹੀਂ ਵੀ ਉਹ ਕਿਹਾ ਗਿਆ ਕਿ ਅਸੀਂ ਤੁਹਾਡੇ ਨਾਲ ਹਾਂ ਤੇ ਤਕੜੇ ਹੋ ਕੇ, ਕਿਉਂਕਿ ਕੌਮੀ ਮਸਲਾ ਸਾਡਾ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਡਾਇਰੈਕਸ਼ਨ ਆ ਤੇ ਉਹਦੇ ਤਹਿਤ ਇਹਨੂੰ ਆਪਾਂ ਹੱਲ ਕਰਨ ਲਈ ਸਿਰ ਤੋੜ ਯਤਨ ਕਰੀਏ। ਸੋ ਮੈਂ ਸਮਝਦਾ ਅੱਜ ਇੱਕ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪਹਿਲਾਂ ਮੁੱਖ ਸੇਵਾਦਾਰ ਸੀ, ਪੰਥ ਨੇ ਇੱਕ ਬੋਝ ਹੋਰ ਜ਼ਿਆਦਾ ਪਾਤਾ ਕਿ ਸਮੁੱਚੇ ਤੌਰ ਤੇ ਸਾਰੇ ਪੰਥ ਨੇ ਇਕੱਤਰ ਹੋ ਕੇ ਜਿਹੜਾ ਇਹ ਮੈਨੂੰ ਖੁਸ਼ੀ ਆ। ਔਰ ਉਹਨਾਂ ਮਹਾਨ ਸਿੱਖ ਕੈਦੀਆਂ ਨੂੰ ਜਿਹੜੇ ਨਿੱਜ ਕਰਕੇ ਅੰਦਰ ਨਹੀਂ ਗਏ, ਮੈਂ ਸਮਝਦਾ ਇਹ ਵੀ ਸਬੱਬ ਬਣਿਆ ਕਿ ਉਹਨਾਂ ਦੀ ਰਿਹਾਈ ਦੇ ਲਈ ਅੱਜ ਪੰਥ ਨੇ ਇਕਜੁੱਟਤਾ ਜਿਹੜੀ ਹੈ, ਇੱਕ ਜੁਟਦਾ ਹੋ ਕੇ ਦਿਖਾ ਲਈ ਆ। ਸੋ ਇਸ ਗੱਲ ਦੀ ਮੈਂ ਇਹਨਾਂ ਜਥੇਬੰਦੀਆਂ ਦੀ ਪ੍ਰਸ਼ੰਸਾ ਵੀ ਕਰਦਾ ਤੇ ਤਵੱਕੋਂ ਵੀ ਰੱਖਦਾ ਕਿ ਜਿਹੜੇ ਅਗਲੇ, ਕਿਉਂਕਿ ਅੱਜ ਤਾਂ ਮੁੱਢਲੇ ਤੌਰ ਤੇ ਸੀ, ਜਿਹੜੇ ਅਗਲੇ ਹੁਣ ਸਾਡੇ ਪ੍ਰਸ਼ਨ ਆ ਉਹ ਗੰਭੀਰ ਵੀ ਹੋਣਗੇ, ਚਿੰਤਾਤੁਰ ਵੀ ਹੋਣਗੇ, ਪਰ ਖਾਲਸਾ ਪੰਥ ਆਪਣੀ ਜ਼ਿੰਮੇਵਾਰੀ ਤੋਂ ਪਿੱਛੇ ਨਹੀਂ ਹਟੂਗਾ। ਸੋ ਇੰਨੀ ਕੁ ਬੇਨਤੀ ਸੀ ਕਿ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਪ੍ਰਧਾਨ ਜੀ ਜਿਹੜਾ ਕਮੇਟੀ ਬਣਾ ਲਈ, ਕਮੇਟੀ ਬਣਾ ਲੈਂਦੇ ਆ, ਇਹ ਟਾਈਮ ਬਾਉਂਡ ਰਹੇਗਾ ਜੀ ਕਿ ਕੋਈ ਉਹਦਾ ਟਾਈਮ ਦਿੱਤਾ ਹੈ? ਚਲੋ ਅਸੀਂ ਤਾਂ ਹੁਣ ਸਿਹਰਤ ਰਹਿਣਾ ਇਸੇ ਕੰਮ ਲਈ ਤੇ ਦਿਵਾਲੇ ਰਵਾਂਗੇ। ਚੱਲ ਹੀ ਪਏ ਹੁਣ ਤਾਂ। ਹਾਂ 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 ਅਸੀਂ ਵਫਦ ਦੇ ਤੌਰ ਦੇ ਉੱਤੇ ਵੀ ਸ਼ਾਂਤਮਈ ਤੇ ਦੂਸਰੇ ਪੱਖ ਤੋਂ ਵੀ ਅਸੀਂ, ਕਿਉਂਕਿ ਡੈਮੋਕ੍ਰੇਸੀ ਆ, ਹਰ ਇੱਕ ਨੂੰ ਆਪਣੀ ਆਵਾਜ਼ ਬੁਲੰਦ ਕਰਨ ਦਾ ਪੂਰਾ ਅਧਿਕਾਰ ਆ ਤੇ ਸ਼ਾਂਤਮਈ ਕਰਾਂਗੇ ਸਾਰਾ। ਕਮੇਟੀ ਨੇ ਅੱਜ ਸਾਰੀਆਂ ਸਿੱਖ ਜਥੇਬੰਦੀਆਂ ਇਕੱਠੀਆਂ ਕੀਤੀਆਂ ਜੀ, ਬੜਾ ਵਧੀਆ ਹੁਕਮ ਹੈ। ਪਰ ਜਿਹੜੀਆਂ ਸੰਸਥਾਵਾਂ ਲੰਬੇ ਸਮੇਂ ਤੋਂ ਬੰਦੀ ਸਿੰਘਾਂ ਵਾਸਤੇ ਸੰਘਰਸ਼ ਕਰ ਰਹੀਆਂ ਸੀ ਰਿਹਾਈ ਵਾਸਤੇ, ਉਹ ਅੱਜ ਸ਼ਾਮਲ ਨਹੀਂ ਹੋ ਸਕੀਆਂ ਜਾਂ ਉਹਨਾਂ ਨੂੰ ਸੱਦਾ ਨਹੀਂ ਮਿਲਿਆ ਜੀ? ਨਹੀਂ, ਉਹ ਵੀ ਆਈਆਂ ਅੱਜ। ਭਾਈ ਦਵਿੰਦਰਪਾਲ ਸਿੰਘ ਭੁੱਲਰ ਤੇ ਭਾਈ ਦਲਜੀਤ ਸਿੰਘ ਬਿੱਟੂ ਵੱਲੋਂ ਉਹ ਵੀ ਇੱਕ ਸਾਡੇ ਕੋਲ ਆਏ ਆ
ਫਿਰ ਸਰਦਾਰ ਜੰਗ ਸਿੰਘ ਜਿਹੜੇ ਲੰਬੇ ਅਰਸੇ ਤੋਂ ਲੁਧਿਆਣੇ ਤੋਂ ਉਹਨਾਂ ਦੀ ਪੈਰਵਾਈ ਕਰਦਾ ਸ਼ੁਰੂ ਸ਼੍ਰੋਮਣੀ ਕਮੇਟੀ ਕਰਦੇ ਉਹ ਵੀ ਆਏ ਆ, ਤੇ ਤਕਰੀਬਨ ਸਾਰੇ ਹੀ ਅੱਜ ਲਗਭਗ ਜਿੰਨੇ ਵੀ ਸੀਗੇ ਉਹ ਸਾਰੇ ਇੱਥੇ ਪਹੁੰਚੇ ਹੈਗੇ। ਤੁਹਾਡੀ ਵਫਦ ਵੱਲੋਂ ਜਿਹੜੇ ਪਰਿਵਾਰ ਨੇ ਬੰਦੀ ਸਿੰਘਾਂ ਦੇ ਉਹਨਾਂ ਨੂੰ ਵੀ ਮਿਲਿਆ ਜਾਊਗਾ, ਉਹਨਾਂ ਨੂੰ ਵੀ ਕੋਈ ਇਨਫੋਰਮੇਸ਼ਨ ਦਿੱਤਾ ਜਾਊਗਾ ਕਿ ਅਸੀਂ ਨਾਲ ਆ, ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ, ਦੇਖੋ ਜਿਹੜੇ ਕਿਉਂਕਿ ਨਾ ਉਹਨਾਂ ਨੂੰ ਸੱਦਿਆ ਨਹੀਂ ਗਿਆ ਇਸ ਪੱਤਰ ਦੇ ਵਿੱਚ, ਸਾਰਿਆਂ ਨੂੰ ਸੱਦਾ ਦਿੱਤਾ, ਪਰ ਆਏ ਨਹੀਂ। ਜਿਹੜੇ ਨਹੀਂ ਆਏ ਉਹਨਾਂ ਨੂੰ ਵੀ ਅਸੀਂ ਜਾਤੀ ਤੌਰ ਤੇ ਫੇਰ ਮਿਲਾਂਗੇ ਜਾ ਕੇ। ਔਰ ਮੈਂ ਤੁਹਾਨੂੰ ਹੋਰ ਵੀ ਦੱਸ ਦਿਆਂ, ਜਿਹੜੇ ਵਿਚਾਰੇ 25 30 ਸਾਲ ਤੋਂ ਬਾਅਦ ਰਿਹਾ ਹੋ ਕੇ ਆਏ ਆ, ਉਹਨਾਂ ਦਾ ਅਸੀਂ ਮੁੱਲ ਤਾਂ ਨਹੀਂ ਦੇ ਸਕਦੇ, ਪਰ ਇੱਕ ਸਿਰਪਾ ਦੇ ਰੂਪ ਦੇ ਵਿੱਚ ਮਾਲੀ ਸਹਾਇਤਾ ਵੀ ਉਹਨਾਂ ਦੀ ਅਸੀਂ ਕਰ ਰਹੇ ਹਾਂ, ਤਾਂ ਕਿ ਉਹਨਾਂ ਨੂੰ ਇਹ ਅਹਿਸਾਸ ਨਾ ਹੋਵੇ ਕਿ ਸਿੱਖ ਪੰਥ ਨੇ ਸਾਨੂੰ ਵਿਛੜੇ ਕਰ ਦਿੱਤਾ। ਰਾਜੀ ਰਾਜ ਧਰੋਹ ਕਾਨੂੰਨ ਤੇ ਸੁਪਰੀਮ ਕੋਰਟ ਨੇ ਇੱਕ ਵੱਡਾ ਫੈਸਲਾ ਦਿੱਤਾ ਕਿ ਜਿਹੜੇ ਪੁਰਾਣੇ ਕੇਸ ਦਰਜ ਹੋਏ ਆ ਉਹਦੀ ਕਾਰਵਾਈ ਰੋਕੀ ਜਾਵੇ ਔਰ ਰਾਜ ਧਰੋਹ ਦਾ ਨਵਾਂ ਕੇਸ ਕੋਈ ਦਰਜ ਨਾ ਕੀਤਾ ਜਾਵੇ। ਇਹ ਬਹੁਤ ਚੰਗੀ ਗੱਲ ਹੈ ਜੀ, ਅਸੀਂ ਤਾਂ ਕਹਿੰਦੇ ਬਹੁਤ ਚੰਗੀ ਗੱਲ ਹੈ, ਕਿਉਂਕਿ ਅੰਧਾ ਧੁੰਦੇ ਹੀ ਬਲੂ ਸਟਾਰ ਤੋਂ ਬਾਅਦ ਕਦੇ ਟਾਡਾ ਲੱਗ ਗਈ, ਕਦੇ ਪੋਟਾ ਲੱਗ ਗਈ ਤੇ ਦੁਰਵਰਤੋਂ ਹੁੰਦੀ ਸੀ, ਤੇ ਦੇਸ਼ ਧਰੋਹ ਦਾ ਜਿਹੜਾ ਪਹਿਲਾਂ ਸਾਡੇ 124 153 ਇਹ ਆਈਪੀਸੀ ਦੀਆਂ ਸੈਕਸ਼ਨਸ ਆ, ਤੇ ਉਹਨਾਂ ਦੀ ਦੁਰਵਰਤੋਂ ਹੁੰਦੀ ਸੀ। ਤੇ ਮੈਂ ਆਨਰੇਬਲ ਸੁਪਰੀਮ ਕੋਰਟ ਆਫ ਇੰਡੀਆ ਦੇ ਇਸ ਫੈਸਲੇ ਦਾ ਸਵਾਗਤ ਕਰਦਾ, ਬਹੁਤ ਚੰਗਾ ਕਦਮ ਜਿਹੜਾ ਪਹਿਲਾਂ ਹੋ ਜਾਣਾ ਚਾਹੀਦਾ ਸੀ, ਉਹਨਾਂ ਨੇ ਵਧੀਆ ਜਜਮੈਂਟ ਦਿੱਤੀ। ਪ੍ਰਧਾਨ ਜੀ, ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਐਫਰਟਸ ਹੋਈਆਂ, ਬੀਗ ਐਡਵੋਕੇਟ ਤੁਸੀਂ ਨਿਟੀਗ੍ਰਿਟੀ ਸਮਝਦੇ ਹੋ, ਕਿਉਂ ਨਹੀਂ ਪੂਰੀਆਂ ਹੋ ਪਾਈਆਂ, ਕਮੀ ਕਿੱਥੇ ਰਹਿ ਗਈ? ਦੇਖੋ, ਇੱਕ ਲੀਗਲ ਪ੍ਰੋਸੈਸ ਹੁੰਦਾ, ਜਿਸਲੇ ਬੰਦੇ ਨੂੰ ਕਿਸੇ ਨੂੰ ਉਮਰ ਕੈਦ ਹੋ ਜਾਂਦੀ ਆ, ਅੱਗੇ ਪਹਿਲਾਂ ਹੁੰਦੀ ਸੀ ਲਾਈਫ ਇੰਪ੍ਰਿਜ਼ਨਮੈਂਟ, ਉਹਨੂੰ ਅਸੀਂ ਮੁੱਖ ਤੌਰ ਤੇ 20 ਸਾਲ ਗਿਣਦੇ ਸੀ, ਛੁੱਟੀਆਂ ਪਾ ਕੇ 14 ਸਾਲਾਂ ਬਾਅਦ ਆ ਜਾਂਦੇ ਸੀ। ਜਿਹੜੇ ਕੋਈ ਅਪਰੋਚ ਵਾਲੇ ਸੀ ਉਹ 7-8 ਸਾਲ ਤੋਂ ਬਾਅਦ ਆ ਜਾਂਦੇ ਸੀ। ਉਹ ਤੋਂ ਬਾਅਦ ਫਿਰ ਇੱਕ ਚੱਲਿਆ ਵੀ ਤਾ ਜ਼ਿੰਦਗੀ ਜਿੱਦਾਂ ਬਾਹਰ ਵਿਦੇਸ਼ਾਂ 'ਚ ਹੁੰਦੀ ਸੀ, ਪਰ ਇਹ ਸਾਡੇ ਜਿਹੜੇ ਆ, ਸਾਡੇ ਤਾਂ ਜਿੰਨੀ ਕੈਦ ਹੋਈ ਆ ਉਦੋਂ ਜ਼ਿਆਦਾ ਬਹੁਤ ਭੁਗਤ ਚੁੱਕੇ ਆ, ਤੇ ਇਸੇ ਕਰਦਾ ਸਾਡਾ ਸੰਘਰਸ਼ ਆ, ਸਾਨੂੰ ਕਰਨਾ ਪਿਆ। ਜੇ ਸਾਡੇ ਨਾਲ ਇਨਸਾਫ ਹੋਵੇ ਤਾਂ ਸਾਨੂੰ ਆ ਸੰਘਰਸ਼ ਕਰਨ ਦੀ ਲੋੜ ਨਹੀਂ ਸੀ ਪੈਣੀ। ਪੋਲੀਟੀਕਲ ਕੰਪਲਸ਼ਨ ਬਣ ਗਈ ਸੀ ਕਿ ਇਹ ਕੋਈ ਇੱਕ ਮੇਰੀ ਬੇਨਤੀ ਸੁਣ ਲਓ, ਪੋਲੀਟੀਕਲ ਕੋਈ ਕੰਪਲਸ਼ਨ ਨਹੀਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਚਾਹੇ ਬਿਫੋਰ ਪਾਰਟੀਸ਼ਨ ਚਾਹੇ ਆਫਟਰ ਪਾਰਟੀਸ਼ਨ ਦਾ ਸਾਰਾ ਸਮਾਂ ਦੇਖ ਲਓ, ਕਿਸੇ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਿਊਮਨ ਰਾਈਟਸ ਲਈ ਵੀ ਆਪਣਾ ਜਦੋਜਹਿਦ ਕਰਦੀ ਰਹੀ ਹੈ। 84 ਤੋਂ ਪਹਿਲਾਂ ਧਰਮ ਯੁੱਧ ਮੋਰਚਾ ਚੱਲਦਾ ਸੀ, ਉਹਦੇ ਵਿੱਚ ਕਈ ਫੱਟੜ ਹੋ ਜਾਂਦੇ ਸੀ, ਕਈਆਂ ਦੀ ਵਿਚਾਰਿਆਂ ਦੀ ਤਰਨ ਡੈਥ ਵੀ ਹੋ ਗਈ। ਅਸੀਂ ਉਹਨਾਂ ਸਾਰਿਆਂ ਨੂੰ ਨੌਕਰੀਆਂ ਦਿੱਤੀਆਂ, ਉਹਨਾਂ ਸਾਰਿਆਂ ਨੂੰ ਕੰਪਨਸੇਸ਼ਨ ਦਿੱਤਾ, ਤੇ ਜੇ ਬਲੂ ਸਟਾਰ ਤੋਂ ਬਾਅਦ ਹੋਈ ਆ ਤੇ ਤਾਂ ਵੀ ਦੇਖ ਲਓ, ਚਾਹੇ ਜੋਧਪੁਰ ਦੇ ਨਜ਼ਰਬੰਦੀ ਸੀ, ਇਤਿਹਾਸਕ ਹੋਰ ਵੀ ਜਿੰਨੇ ਸੀਗੇ, ਉਹਨਾਂ ਸਾਰਿਆਂ ਤੇ ਸ਼੍ਰੋਮਣੀ ਕਮੇਟੀ ਹਮੇਸ਼ਾ ਵਿਵਸਥਾ ਰਹੀ ਆ। ਇਹ ਰਾਜਨੀਤੀ ਨਹੀਂ, ਇਹ ਨਰੋਲ, ਕਿਉਂਕਿ ਸਾਰੇ ਸਿੱਖ ਪੰਥ ਦਾ ਦਰਦ ਆ ਵੀ 28 30 ਸਾਲ ਦੇ ਅੰਦਰ ਬੈਠੇ ਆ। ਇਹ ਬੇਇਨਸਾਫੀ ਕਿਉਂ? ਇਸੇ ਕਰਕੇ ਸਮੁੱਚਾ ਪੰਥ ਅੱਜ ਇਕੱਠਾ ਹੋਇਆ। ਪ੍ਰਧਾਨ ਜੀ, ਕਾਨੂੰਨੀ ਲੜਾਈ ਨਹੀਂ ਜਿੱਤ ਸਕੇ ਆਪਾਂ, ਰਿਹਾ ਕਰਾਉਣ ਦੇ ਲਈ ਕਾਨੂੰਨੀ ਲੜਾਈ ਨਹੀਂ ਜਿੱਤ ਸਕੇ, ਇਸ ਲਈ ਸੰਘਰਸ਼ ਆਪਾਂ ਹੁਣ ਜਾ ਕੇ ਕਾਨੂੰਨੀ ਲੜਾਈ ਵੀ ਅਸੀਂ ਲੜ ਰਹੇ ਹਾਂ। ਹੁਣ ਤੱਕ ਨਹੀਂ ਨਾ ਜਾ ਸਕੀ। ਸਰਦਾਰ ਬਲਵੰਤ ਸਿੰਘ ਜੀ ਰਾਜੋਆਣਾ ਹਾਂਜੀ, ਸੁਪਰੀਮ ਕੋਰਟ ਦੇ ਵਿੱਚ 30 ਅਪ੍ਰੈਲ ਨੂੰ ਡਾਇਰੈਕਸ਼ਨ ਦਿੱਤੀ ਆ ਵੀ ਵਿਦਿਨ 2 ਮੰਥ ਦਾ ਜਿਹੜਾ ਆ ਤੁਸੀਂ ਫੈਸਲਾ ਕਰੋ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਪਟੀਸ਼ਨ ਮੈਂ ਆਪ ਔਨ ਪ੍ਰੈਜ਼ੀਡੈਂਟ ਆਫ ਇੰਡੀਆ ਕੋ ਗਿਆ। ਅਸੀਂ ਹਾਈ ਕੋਰਟ ਦੇ ਵਿੱਚ ਕੇਸ ਦੀ ਲਿਟੀਗੇਸ਼ਨ, ਉਹਨਾਂ ਦੀ ਵਾਈਫ ਪੈਰਵਾਈ ਕਰਦੀ ਸੀ, ਅਸੀਂ ਉਹਨਾਂ ਦੀ ਉੱਦਾਂ ਮਾਇਕ ਤੌਰ ਤੇ ਪੈਰਵਾਈ ਕਰਦੇ ਸੀਗੇ। ਅਸੀਂ ਹੁਣ ਕਾਨੂੰਨੀ ਪੱਖ ਵੀ ਉਹਦਾ ਵੀ ਬੂਹਾ ਖੜਕਾਵਾਂਗੇ ਜਾ ਕੇ, ਪਹਿਲਾਂ ਵੀ ਖੜਕਾ ਰਹੇ ਹਾਂ, ਹੁਣ ਇਕੱਤਰ ਹੋ ਕੇ ਸਾਰੇ ਇੱਕ ਸੁਰਤਾ ਦੇ ਨਾਲ ਕਰਾਂਗੇ। ਚਲੋ ਦੇਰ ਆਏ ਦਰੁਸਤ ਆਏ, ਜੇ ਲੇਟ ਵੀ ਆ ਗਿਆ ਤਾਂ ਕੋਈ ਨਹੀਂ, ਹੁਣ ਸ਼ੁਰੂ ਤਾਂ ਹੋ ਗਈ ਨਾ ਗੱਲ। ਜੀ ਅੱਜ ਦੇ ਇਕੱਠ ਵਿੱਚ ਸਾਰੀਆਂ ਜਥੇਬੰਦੀਆਂ ਆਈਆਂ, ਪ੍ਰੈਸ ਨੂੰ ਇਦਾਂ ਹੀ ਮੈਨ ਲਗਾ ਰੱਖੂਗਾ ਜੀ। ਮੈਂ ਪਹਿਲੀ ਦੁਆਰੇ ਪ੍ਰੈਸ ਦੀ ਟ੍ਰੀਟਰੀ ਬੰਦ ਕੀਤੀ। ਇੱਕ ਮੈਂ ਸਿਮਰਤਾ ਸਾਹਿਬ ਤੁਹਾਡਾ ਦੇਣਾ ਜਵਾਬ। ਸਰਦਾਰ ਸਿਮਰਨਜੀਤ ਸਿੰਘ ਮਾਨ ਸਿੱਖ ਪੰਥ ਦੀ ਵੱਡੀ ਸ਼ਖਸੀਅਤ ਆ, ਉਹਦਾ ਮੈਂ ਨਾਂ ਉਹਨਾਂ ਦਾ ਵਿਸਰ ਗਿਆ ਸੀਗਾ। ਉਹ ਚੇਚੇ ਤੌਰ ਤੇ ਆਪਣੇ ਵਿਊ ਆਪਣੀ ਪਾਰਟੀ ਸਮੇਤ ਆਏ ਸੀਗੇ। ਇਹ ਵੀ ਮੈਂ ਸਮਝਦਾ ਇੱਕ ਗੁੱਡ ਓਮਨ ਸੀਗਾ ਵੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਪ ਵੀ ਮੈਂਬਰ ਰਹੇ ਆ, ਤੇ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵਿੱਚ ਚੇਚੇ ਤੌਰ ਤੇ ਅੱਜ ਦੀ ਮੀਟਿੰਗ ਦੇ ਵਿੱਚ ਪਹੁੰਚੇ ਆ ਉਹ। ਸੋ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਦੇਖੋ ਬੇਨਤੀ ਇਹ ਸੀ ਤੁਹਾਡੇ ਕੋਲੋਂ ਪਹਿਲਾਂ ਤਾਂ ਮੈਂ ਖਿਮਾ ਚਾਹੁੰਦਾ ਤੁਹਾਡੇ ਰੂਬਰੂ ਇਦਾਂ ਹੀ ਹੁੰਦੇ ਸੀ
ਇਹ ਇੰਜ ਕਰਕੇ ਕਿਉਂਕਿ ਅੱਜ ਸਾਡਾ ਉੱਥੇ ਪਰਿਵਾਰਕ ਇਹ ਮਸਲਾ ਸੀ ਸਾਰਾ, ਤੇ ਜਿਹੜੇ ਉਹਦੀ ਕੋਈ ਕਲਿੱਪਸ ਲੈਣੀ ਹੋਊਗੀ ਸਾਨੂੰ ਉਹ ਵੀ ਦੇ ਦਿਆਂਗੇ, ਕੋਈ ਸਾਨੂੰ ਦਿੱਕਤ ਨਹੀਂ। ਇਹਦਾ ਮਤਲਬ ਅਸੀਂ ਇਸ ਪਰਿਵਾਰ ਦਾ ਹਿੱਸਾ ਨਹੀਂ ਜੀ। 400 ਸਾਲਾ ਸ਼ਤਾਬਦੀ ਦਿਵਸ ਮਨਾਇਆ ਗਿਆ, ਤੁਸੀਂ ਬਹੁਤ ਵਧੀਆ ਸਮਾਗਮ ਕੀਤਾ, ਉਹਦੇ ਵਿੱਚ ਵੀ ਮੀਡੀਆ ਨੂੰ ਨਹੀਂ ਸੱਦਿਆ ਗਿਆ। ਨਹੀਂ ਮੀਡੀਆ ਨੂੰ ਇਦਾਂ ਨਹੀਂ, ਉਹ ਕੀ ਸੀ? ਨਹੀਂ ਇਦਾਂ ਨਹੀਂਗਾ। ਪਹਿਲਾਂ ਵੀ ਸ਼ਤਾਬਦੀਆਂ ਮੈਂ ਤੁਹਾਨੂੰ ਨਿਮਰਤਾ ਸਹਿਤ ਤੁਹਾਨੂੰ ਮੈਂ ਬੇਨਤੀ ਕਰਾਂ, ਸਾਡਾ ਮੀਡੀਆ ਨਾਲ ਕੋਈ ਨਹੀਂ, ਮੀਡੀਆ ਤੋਂ ਬਗੈਰ ਸਾਡਾ ਨਹੀਂ ਸਰਦਾ, ਮੀਡੀਆ ਦਾ ਵੀ ਆਪਣਾ ਰੋਲ ਹੁੰਦਾ ਆ, ਪਰ ਜਿੱਥੇ ਜਿੱਥੇ ਸਾਨੂੰ ਲੱਗਦਾ ਆਪਣੇ ਤੌਰ ਤੇ ਪ੍ਰਬੰਧਾਂ ਕਰਕੇ ਉਹਦੇ ਵਿੱਚ ਕਿਤੇ ਕੋਈ ਮਾੜੀ ਮੋਟੀ ਜਿਹੜੀ ਸਾਨੂੰ ਕਰਨੀ ਪੈਂਦੀ ਆ ਪ੍ਰਬੰਧ ਕਰਕੇ ਉਹ ਕਰ ਲੈਂਦੇ ਆ ਅਸੀਂ। ਸੀਆਈਡੀ ਦਾ ਵੀ ਸਾਰੇ ਬੰਦੇ ਆਏ ਚਲੇ, ਹਾਂਜੀ ਸੀਆਈਡੀ ਵਾਲੇ ਆਈਪੀ ਵਾਲੇ ਸਾਰੇ ਤੋਂ ਚਲੋ ਸੀਆਈਡੀ ਹੁਣ ਜੇ ਕੋਈ ਪਲੇਨ ਕੱਪੜਿਆਂ ਦੇ ਵਿੱਚ ਆ ਗਿਆ ਤਾਂ ਉਹਨੂੰ ਆਪਾਂ ਹੁਣ ਕੋਈ ਕੀ ਕਹਾਂਗੇ। ਹਾਂਜੀ। ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਹੋਏ ਪੰਥਕ ਇਕੱਠ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਕਈ ਅਹਿਮ ਮੁੱਦਿਆਂ ਤੇ ਬੋਲਦੇ ਹੋਏ ਨਜ਼ਰ ਆਏ। ਇਸ ਸਭ ਵਿਚਕਾਰ ਉਹਨਾਂ ਦੇ ਵੱਲੋਂ ਖਾਸ ਗੱਲ ਇਹ ਕਹੀ ਗਈ ਕਿ 3 ਮਤੇ ਇਸ ਪੰਥਕ ਇਕੱਠ ਵਿੱਚ ਪੇਸ਼ ਕੀਤੇ ਗਏ ਨੇ, ਜਿਸ ਤੋਂ ਬਾਅਦ ਵਫਦਾਂ ਦੇ ਰੂਪ ਦੇ ਵਿੱਚ ਵੱਖ-ਵੱਖ ਗਵਰਨਰ ਤੇ ਨਾਲ ਹੀ ਰਾਸ਼ਟਰਪਤੀ ਦੇ ਨਾਲ ਮੁਲਾਕਾਤ ਕੀਤੀ ਜਾਵੇਗੀ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ। ਉਸ ਤੋਂ ਇਲਾਵਾ ਦੂਸਰੇ ਮਤੇ ਦੇ ਵਿੱਚ ਸਮੂਹ ਸੰਸਦ ਮੈਂਬਰਾਂ ਨੂੰ ਵੀ ਅਪੀਲ ਕੀਤੀ ਜਾਵੇਗੀ ਤੇ ਤੀਸਰੇ ਮਤਾ ਇਹ ਪੇਸ਼ ਕੀਤਾ ਗਿਆ ਹੈ ਕਿ ਅਗਰ ਬੰਦੀ ਸਿੰਘਾਂ ਦੀ ਰਿਹਾਈ ਜਿਹੜੀ ਹੈ ਜਲਦੀ ਨਹੀਂ ਕੀਤੀ ਗਈ ਤਾਂ ਉਸ ਤੋਂ ਬਾਅਦ ਤਿੱਖਾ ਸੰਘਰਸ਼ ਜਿਹੜਾ ਹੈ ਉਹ ਲਿਖਿਆ ਜਾਵੇਗਾ। ਇਸ ਸਭ ਵਿਚਕਾਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੋ ਕੇਂਦਰ ਸਰਕਾਰ ਦੇ ਵੱਲੋਂ ਸੁਪਰੀਮ ਕੋਰਟ ਦੇ ਵੱਲੋਂ ਵੱਡਾ ਫੈਸਲਾ ਲਿੱਤਾ ਗਿਆ ਹੈ, ਦੇਸ਼ ਧਰੋਹ ਕਾਨੂੰਨ ਉਤੇ ਸੁਪਰੀਮ ਕੋਰਟ ਨੇ ਜੋ ਰੋਕ ਲਗਾਈ ਹੈ ਉਸ ਫੈਸਲੇ ਦਾ ਵੀ ਸਵਾਗਤ ਇਸ ਦੌਰਾਨ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਕੀਤਾ ਗਿਆ। ਸੋ ਪੰਥਕ ਇਕੱਠ ਤੋਂ ਬਾਅਦ ਪ੍ਰੈਸ ਕਾਨਫਰੰਸ ਕੀਤੀ ਗਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਪੰਥਕ ਇਕੱਠ ਕੀਤਾ ਗਿਆ।